जिस तरीके ਦੇ ਨਾਲ ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਹੋ ਰਹੀ ਹੈ ਕਿ ਸਿੱਖਾਂ ਨੂੰ ਈਸਾਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ, ਤੁਸੀਂ ਕੀ ਮਹਿਸੂਸ ਕੀਤਾ ਪਿਛਲੇ ਦਿਨਾਂ ਤੋਂ ਕਿ ਵਾਕਈ ਵੱਡੀ ਗਿਣਤੀ ਦੇ ਅੰਦਰ ਜਿਹੜੇ ਨੇ ਸਿੱਖ ਉਹਨਾਂ ਨੂੰ ਗੁੰਮਰਾਹ ਕਰਕੇ, ਪਰਪੰਚ ਕਰਕੇ, ਪਖੰਡ ਕਰਕੇ ਈਸਾਈ ਧਰਮ ਦੇ ਅੰਦਰ ਜਿਹੜਾ ਉਹ ਪਰਿਵਰਤਿਤ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਭਾਂਡੇ ਦਿੰਦੇ ਆ, ਅਸੀਂ ਤੁਹਾਡੀ ਬੱਚੀ ਦੀ ਵਿਆਹ ਦੀ ਸ਼ਾਦੀ ਵਾਸਤੇ ਪੈਸੇ ਦਿੰਦੇ ਆ। ਕੀ ਸਿੱਖ ਜਾਂ ਪੰਜਾਬੀਆਂ ਦਾ ਕਿਰਦਾਰ ਇੰਨਾ ਨੀਵਾਂ ਹੋ ਗਿਆ ਕਿ ਕੁਝ ਪੈਸੇ ਪਿੱਛੇ ਆਪਣੇ ਮਹਾਨ ਵਿਰਸੇ ਨੂੰ ਛੱਡ ਦੇਣਗੇ? ਜੇ ਤੁਸੀਂ ਧੱਕੇ ਖਾਣੇ, ਖੇ ਖਾਣੀ, ਸੁਆਹ ਖਾਣੀ, ਰੱਜ ਕੇ ਖਾਓ, ਜੇ ਤੁਸੀਂ ਮਨ ਬਣਾ ਹੀ ਲਿਆ ਤਾਂ ਇਹਦੇ ਪਿੱਛੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਆਪਣੀਆਂ ਸਿੱਖ ਧਾਰਮਿਕ ਪ੍ਰਚਾਰ ਕਮੇਟੀਆਂ ਹੈਗੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ, ਇਹਨਾਂ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਹੈਗੀ ਹੈ? ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਸਹੀ ਹੈ ਕਿ ਜੇ ਅਸੀਂ ਆਪਣਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਹੁੰਦਾ, ਮੈਂ ਕਹਿੰਦਾ ਆਪਣੀ ਇਹ ਸਮੱਸਿਆ ਆਣੀ ਵੀ ਨਹੀਂ ਸੀ। ਤੇ ਗੁਰੂ ਸਾਹਿਬ ਨੇ ਤਾਂ ਕਿਹਾ ਹੀ ਇਹ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਵੀ ਗਰੀਬ ਦੇ ਮੂੰਹ ਵਿੱਚ ਲੋੜਵੰਦ ਨੂੰ ਦਿੱਤਾ ਹੋਇਆ ਪੈਸਾ ਸਿੱਧਾ ਗੁਰੂ ਘਰ ਪਹੁੰਚਦਾ ਹੈ। ਤੇ ਜੇ ਆਪਾਂ ਉਸ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਅੰਦਰ ਲਾਗੂ ਕਰਦੇ ਹੋਈਏ ਤੇ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਜਿਹੜਾ ਜਾਂ ਕੋਈ ਪੰਜਾਬੀ ਜਿਹੜਾ ਇਸ ਤਰੀਕੇ ਦੇ ਨਾਲ ਥੋੜੇ ਜਿਹੇ ਪੈਸੇ ਦੇ ਲਾਲਚ ਪਿੱਛੇ ਆ ਕੇ ਆਪਣਾ ਐਡਾ ਮਹਾਨ ਵਿਰਸਾ ਛੱਡ ਦੇਵੇ। ਕਿ ਗੋਲਕਾਂ ਦੇ ਵਿੱਚ ਜ਼ਰੂਰ ਲੋਕ ਹਜ਼ਾਰਾਂ ਲੱਖਾਂ ਰੁਪਈਆ ਕਹਿੰਦੇ ਦਾਨ ਕਰ ਦਿੰਦੇ ਨੇ, ਪਰ ਕਹਿੰਦੇ ਗ੍ਰੰਥੀ ਦੀ ਖੁਦ ਦੀ ਹਾਲਤ ਜਿਹੜੀ ਹੈ ਉਸ ਤਰੀਕੇ ਦੇ ਨਾਲ ਕਹਿੰਦੇ ਵਧੀਆ ਨਹੀਂ ਹੈਗੀ। ਜਿਹੜੇ ਗੁਰੂ ਘਰਾਂ ਦੇ ਅੰਦਰ ਜਿਨ੍ਹਾਂ ਨੂੰ ਅਸੀਂ ਗੁਰੂ ਕੇ ਵਜ਼ੀਰ ਕਹਿੰਦੇ ਆ, ਗ੍ਰੰਥੀ ਸਿੰਘ ਕਹਿੰਦੇ ਆ, ਜਿਹੜੇ ਜੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ ਗੁੰਮਰਾਹ ਕਰਕੇ ਈਸਾਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਈਸਾਈ ਧਰਮ ਦੇ ਪ੍ਰਚਾਰਕ ਕਹਿੰਦੇ ਨੇ ਕਿ ਧਰਮ ਪਰਿਵਰਤਨ ਜ਼ਰੂਰ ਹੋ ਰਿਹਾ, ਪਰ ਕਿਸੇ ਨੂੰ ਜ਼ਬਰਦਸਤੀ ਜਾਂ ਗੁੰਮਰਾਹ ਕਰਕੇ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਰਿਹਾ। ਪਰ ਸਵਾਲ ਇਹ ਹੈ ਕਿ ਜੇਕਰ ਧਰਮ ਪਰਿਵਰਤਨ ਹੋ ਰਿਹਾ ਤਾਂ ਇਹਦੇ ਪਿੱਛੇ ਕਾਰਨ ਕੀ ਹੈਗਾ? ਕਿ ਸਿੱਖ ਧਾਰਮਿਕ ਸੰਸਥਾਵਾਂ ਦੀ ਕਿਤੇ ਨਾ ਕਿਤੇ ਨਾਕਾਮੀ ਰਹੀ ਹੈ ਜਾਂ ਕੋਈ ਹੋਰ ਕਾਰਨ ਹੈਗਾ ਕਿ ਸਿੱਖ ਧਰਮ ਪਰਿਵਰਤਨ ਕਰ ਰਹੇ ਨੇ? ਤਾਂ ਇਸ ਮੁੱਦੇ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਡਾਕਟਰ ਜਸਪਾਲ ਵੀਰ ਮੌਜੂਦ ਹੈਗੇ ਨੇ। ਪਿਛਲੇ ਕਈ ਸਾਲਾਂ ਤੋਂ ਸਿੱਖ ਧਰਮ ਦੀ ਸੇਵਾ ਕਰ ਰਹੇ ਨੇ ਤੇ ਕਥਾਵਾਚਕ ਹੈਗੇ ਨੇ ਪਿਛਲੇ ਲੰਬੇ ਸਮੇਂ ਤੋਂ। ਤਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਟੀਵੀ ਪੰਜਾਬ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ। ਅੱਛਾ, ਮੇਰਾ ਪਹਿਲਾ ਸਵਾਲ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਹੋ ਰਹੀ ਹੈ ਕਿ ਸਿੱਖਾਂ ਨੂੰ ਈਸਾਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ, ਤੁਸੀਂ ਕੀ ਮਹਿਸੂਸ ਕੀਤਾ ਪਿਛਲੇ ਦਿਨਾਂ ਤੋਂ ਕਿ ਵਾਕਈ ਇਸ ਪੱਧਰ ਦੇ ਉੱਪਰ ਧਰਮ ਪਰਿਵਰਤਨ ਹੋ ਰਿਹਾ? ਤੇ ਜੇਕਰ ਹੋ ਰਿਹਾ ਤਾਂ ਇਹਦੇ ਪਿੱਛੇ ਤੁਹਾਨੂੰ ਕਾਰਨ ਕੀ ਲੱਗਦਾ? ਦੇਖੋ ਵੀਰ ਜੀ, ਇੱਦਾਂ ਹੈਗਾ ਕਿ ਇਹ ਤਾਂ ਇੱਕ ਸੱਚਾਈ ਹੈ ਕਿ ਪੰਜਾਬ ਦੇ ਅੰਦਰ ਮੌਜੂਦਾ ਸਮੇਂ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਹੈ। ਵੱਡੀ ਗਿਣਤੀ ਦੇ ਅੰਦਰ ਜਿਹੜੇ ਨੇ ਸਿੱਖ ਉਹਨਾਂ ਨੂੰ ਗੁੰਮਰਾਹ ਕਰਕੇ, ਪਰਪੰਚ ਕਰਕੇ, ਪਖੰਡ ਕਰਕੇ ਈਸਾਈ ਧਰਮ ਦੇ ਅੰਦਰ ਜਿਹੜਾ ਉਹ ਪਰਿਵਰਤਿਤ ਕੀਤਾ ਜਾ ਰਿਹਾ ਹੈ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਵਾਸਤੇ ਸੋਚਣ ਦੀ ਇਹ ਹੈ ਕਿ ਇਹ ਜਿਹੜਾ ਧਰਮ ਪਰਿਵਰਤਨ ਹੈ ਇਹ ਕਿਸੇ ਵਿਚਾਰਧਾਰਕ ਤੌਰ ਦੇ ਉੱਤੇ ਨਹੀਂ ਹੋ ਰਿਹਾ, ਸਗੋਂ ਇੱਕ ਪਖੰਡ ਕਰਕੇ, ਇੱਕ ਭਰਮ ਦੇ ਅਧੀਨ ਗੁੰਮਰਾਹ ਕਰਕੇ ਲੋਕਾਂ ਦਾ ਜਿਹੜਾ ਉਹ ਧਰਮ ਜਿਹੜਾ ਉਹ ਪਰਿਵਰਤਿਤ ਕੀਤਾ ਜਾ ਰਿਹਾ। ਇਹ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਮਹਾਨ ਸ਼ਹੀਦਾਂ ਦੀ ਧਰਤੀ ਹੈ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਦੇ ਕਰਕੇ ਪੰਜਾਬ ਦੀ ਧਰਤੀ ਨੂੰ ਇੱਕ ਗੌਰਵਮਈ ਵਿਰਸਾ ਦਿੱਤਾ। ਇੱਕ ਸਾਡਾ ਆਪਣਾ ਸੱਭਿਆਚਾਰ ਹੈ ਜਿਸ ਦੀ ਆਪਣੀ ਇੱਕ ਨਿਵੇਕਲੀ ਪਛਾਣ ਹੈ ਔਰ ਇੱਕ ਨਿਵੇਕਲੀ ਵਿਚਾਰਧਾਰਾ, ਉੱਚੇ ਸੁੱਚੇ ਪੱਧਰ ਦਾ ਜੀਵਨ ਹੈ ਜਿਹੜੀ ਸਾਨੂੰ ਸਾਡੇ ਗੁਰੂ ਸਾਹਿਬਾਂ ਤੋਂ ਮਿਲੀ ਹੈ, ਵਡੇਰਿਆਂ ਤੋਂ ਮਿਲੀ ਹੈ। ਪਰ ਅਜੋਕੇ ਸਮੇਂ ਦੇ ਅੰਦਰ ਅਸੀਂ ਕੀ ਦੇਖ ਰਹੇ ਹਾਂ ਕਿ ਇਹ ਲੋਕ ਜਿਹੜੇ ਨੇ ਈਸਾਈ ਧਰਮ ਦੇ ਨਾਂ ਦੇ ਉੱਤੇ ਇੱਕ ਪਰਪੰਚ ਕਰ ਰਹੇ ਨੇ, ਇੱਕ ਡਰਾਮਾ ਕਰ ਰਹੇ ਨੇ, ਕਿ ਅਡੰਬਰ ਕਰ ਰਹੇ ਨੇ। ਲੋਕਾਂ ਦੇ ਅੰਦਰ ਇੱਕ ਪਖੰਡ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ। ਧਰਮ ਪਰਿਵਰਤਨ ਦਾ ਇਹ ਜਿਹੜਾ ਢੰਗ ਤਰੀਕਾ ਹੈ, ਪਹਿਲਾਂ ਵੀ ਲੋਕ ਜਿਹੜੇ ਨੇ ਜਾਦੂ ਟੂਣਿਆਂ ਦੇ ਅੰਦਰ, ਧਾਗੇ ਤਵੀਤਾਂ ਦੇ ਅੰਦਰ, ਤੰਤਰਾਂ ਮੰਤਰਾਂ ਦੇ ਅੰਦਰ ਭਟਕ ਰਹੇ ਸੀ। ਪਰ ਇਸ ਵੇਲੇ ਜਿਹੜੀ ਖਤਰਨਾਕ ਗੱਲ ਇਹ ਹੋ ਰਹੀ ਹੈ ਕਿ ਇਹਦੇ ਨਾਂ ਦੇ ਉੱਤੇ ਲੋਕਾਂ ਨੂੰ ਧਰਮ ਦਾ ਪਰਿਵਰਤਨ ਜਿਹੜਾ ਉਹ ਕਰਨ ਨਾਲ ਕੀਤਾ ਜਾ ਰਿਹਾ ਹੈ। ਧਰਮ ਪਰਿਵਰਤਨ ਕਰਕੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ, ਜਿਨ੍ਹਾਂ ਨੂੰ ਅਸੀਂ ਆਪਣਾ ਵਿਰਸਾ ਦੇਣਾ ਹੈ, ਜਿਨ੍ਹਾਂ ਨੂੰ ਆਪਾਂ ਆਪਣਾ ਸੱਭਿਆਚਾਰ ਦੇਣਾ, ਜਿਨ੍ਹਾਂ ਨੂੰ ਆਪਾਂ ਆਪਣੀ ਸੋਚ ਦੇਣੀ ਹੈ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਜਿਹੜਾ ਸਾਡਾ ਇੰਨਾ ਸ਼ਹੀਦਾਂ ਦਾ ਵਿਰਸਾ ਹੈ, ਸਾਡੇ ਗੁਰੂ ਸਾਹਿਬ ਦੀ ਇੱਕ ਸੋਚ ਹੈ, ਜੇ ਅਸੀਂ ਭਰਮ ਦੇ ਅੰਦਰ ਪਾ ਕੇ, ਪਖੰਡ ਦੇ ਅੰਦਰ ਪਾ ਕੇ, ਡਰਾਮੇ ਕਰਕੇ ਉਹਨਾਂ ਨੂੰ ਉਹਨਾਂ ਦੇ ਇਸ ਵਿਰਸੇ ਤੋਂ ਤੋੜ ਰਹੇ ਹਾਂ, ਉਸ ਧਰਮ ਤੋਂ ਤੋੜ ਰਹੇ ਹਾਂ ਤੇ ਆਉਣ ਵਾਲੀ ਜਿਹੜੀ ਪਨੀਰੀ ਆ ਉਹਦੀ ਨਸਲਕੁਸ਼ੀ ਕਰ ਰਹੇ ਹਾਂ। ਮੈਂ ਤਾਂ ਇਹ ਕਹਿ ਰਿਹਾ ਕਿ ਉਹ ਨਸਲਕੁਸ਼ੀ ਸਾਡੀ ਨੌਜਵਾਨ ਪੀੜ੍ਹੀ ਦੀ, ਸਾਡੇ ਆਉਣ ਵਾਲੇ ਬੱਚਿਆਂ ਦੀ ਕੀਤੀ ਜਾ ਰਹੀ ਹੈ। ਕਿਉਂਕਿ ਜੇ ਕੁਦਰਤੀ ਤੌਰ ਦੇ ਉੱਤੇ ਜਦੋਂ ਆਪਣੇ ਵਿਰਸੇ ਨੂੰ ਛੱਡ ਦੇਣਗੇ, ਆਪਣੇ ਧਰਮ ਨੂੰ ਛੱਡ ਦੇਣਗੇ, ਆਪਣੇ ਮਜ਼ਹਬ ਨੂੰ ਛੱਡ ਦੇਣਗੇ, ਆਪਣੀਆਂ ਪਰੰਪਰਾਵਾਂ ਨੂੰ ਛੱਡ ਦੇਣਗੇ, ਤੇ ਉਹ ਸੋਚ ਜਿਹੜੀ ਸਾਡੀ ਇੰਨੀ ਗੁਰੂ ਸਾਹਿਬ ਵੱਲੋਂ ਸਾਨੂੰ ਦਿੱਤੀ ਹੈ ਉਹ ਅੱਗੇ ਕਿਵੇਂ ਉਹਨਾਂ ਤੱਕ ਜਾਏਗੀ? ਇਹ ਇੱਕ ਧਰਮ ਦੀ ਵੀ ਸਮੱਸਿਆ, ਇੱਕ ਸਮਾਜਿਕ ਸਮੱਸਿਆ ਵੀ ਹੈ।
ਗੁਰੂ ਸਾਹਿਬ ਨੇ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਵਾਸਤੇ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਲੋਕਾਂ ਦੇ ਅੰਦਰ ਅਡੰਬਰ ਪਖੰਡ ਜਿੱਦਾਂ ਇਸ਼ਤਿਹਾਰੀ ਵੈਦ ਹੁੰਦੇ ਨੇ, ਕੋਈ ਬੰਦਾ ਬਿਮਾਰ ਹੈ, ਕੋਈ ਬੰਦਾ ਮਾਨਸਿਕ ਤੌਰ ਦੇ ਉੱਤੇ ਪੀੜਿਤ ਹੈ, ਪਰੇਸ਼ਾਨ ਹੈ, ਉਹਦਾ ਜਿਹੜਾ ਨਜਾਇਜ਼ ਫਾਇਦਾ ਹੈ, ਉਹਦੀ ਜਿਹੜੀ ਐਕਸਪਲੋਇਟੇਸ਼ਨ ਹੈ, ਉਹ ਇਹ ਲੋਕ ਕਰ ਰਹੇ ਨੇ। ਈਸਾਈ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਜੇ ਤੁਸੀਂ ਕਿਸੇ ਸੋਚ ਨਾਲ ਜੁੜੇ ਹੋ, ਵਿਚਾਰਧਾਰਾ ਨਾਲ ਜੁੜੇ ਹੋ, ਕੋਈ ਉਹਨਾਂ ਨੂੰ ਚੰਗੇ ਜੀਵਨ ਦੀ ਗੱਲ ਦੇ ਕੇ ਉਹਨਾਂ ਨੂੰ ਕਿਸੇ ਖਾਸ ਸੋਚ ਨਾਲ ਜੋੜਦੇ ਹੋ, ਉਹਦਾ ਸਵਾਗਤ ਹੈ। ਪਰ ਜੇ ਤੁਸੀਂ ਉਹਨਾਂ ਨੂੰ ਡਰਾਵਾ ਦੇ ਕੇ ਵੀ ਤੁਹਾਨੂੰ ਕੈਂਸਰ ਹੋ ਜਾਏਗਾ, ਤੁਹਾਨੂੰ ਬਿਮਾਰੀ ਹੋ ਜਾਏਗੀ, ਅਸੀਂ ਤੁਹਾਨੂੰ ਭਾਂਡੇ ਦਿੰਦੇ ਹਾਂ, ਅਸੀਂ ਤੁਹਾਡੀ ਬੱਚੀ ਦੀ ਵਿਆਹ ਦੀ ਸ਼ਾਦੀ ਵਾਸਤੇ ਪੈਸੇ ਦਿੰਦੇ ਹਾਂ, ਕੀ ਸਿੱਖ ਜਾਂ ਪੰਜਾਬੀਆਂ ਦਾ ਕਿਰਦਾਰ ਇੰਨਾ ਨੀਵਾਂ ਹੋ ਗਿਆ ਕਿ ਕੁਝ ਪੈਸੇ ਪਿੱਛੇ ਆਪਣੇ ਮਹਾਨ ਵਿਰਸੇ ਨੂੰ ਛੱਡ ਦੇਣਗੇ? ਉਹ ਗੌਰਵਸ਼ਾਲੀ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਛੱਡ ਕੇ ਅਸੀਂ ਉਸ ਪਾਸੇ ਤੁਰ ਪਵਾਂਗੇ ਜਿੱਥੇ ਸਿਰਫ ਸਾਨੂੰ ਪਖੰਡ ਦੇ ਅਧੀਨ ਗੁੰਮਰਾਹ ਕੀਤਾ ਜਾ ਰਿਹਾ। ਬੜੇ ਸੋਚਣ ਦਾ ਵਿਸ਼ਾ। ਸਿਰਫ ਇਹ ਧਰਮ ਪਰਿਵਰਤਨ ਨਹੀਂ ਹੈ, ਇੱਕ ਸਮਾਜਿਕ ਸਮੱਸਿਆ ਹੈ ਜਿਹੜੀ ਸਾਡੀ ਮਾਨਸਿਕਤਾ ਨੂੰ ਬਿਮਾਰ ਕੀਤਾ ਜਾ ਰਿਹਾ। ਇਹ ਭੂਤਾਂ ਪ੍ਰੇਤਾਂ, ਇਹ ਜਿਹੜੇ ਬਾਹਰ ਜਿਹੜੇ ਮਾਨਸਿਕ ਤੌਰ ਦੇ ਉੱਤੇ ਅਡੰਬਰ ਕਰਦੇ ਨੇ, ਇਹ ਲੋਕ ਮੈਂਟਲੀ ਸਿੱਕ ਨੇ। ਇਹਨਾਂ ਨੂੰ ਸੇਧ ਦੀ ਜ਼ਰੂਰਤ ਹੈ, ਇਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ, ਇਹਨਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ, ਇਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਭਰਨ ਦੀ ਜ਼ਰੂਰਤ ਹੈ, ਇਹਨਾਂ ਦੇ ਪਰਿਵਾਰਕ ਸਮੱਸਿਆਵਾਂ, ਕਲੇਸ਼, ਘਰੇਲੂ ਝਗੜੇ ਸੁਲਝਾਉਣ ਦੀ ਜ਼ਰੂਰਤ ਹੈ, ਨਾ ਕਿ ਇਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਹੀ ਤੋੜ ਦਿੱਤਾ ਜਾਵੇ। ਅੱਛਾ, ਤੁਸੀਂ ਕੀ ਮਹਿਸੂਸ ਕਰਦੇ ਕਿ ਜਿਹੜੇ ਧਰਮ ਪਰਿਵਰਤਨ ਹੋ ਰਿਹਾ ਇਹਦੇ ਵਿੱਚ ਜ਼ਿਆਦਾਤਰ ਲੋਕ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਨੇ ਉਹੀ ਨੇ? ਬਿਲਕੁਲ। ਜਿਹੜਾ ਧਰਮ ਪਰਿਵਰਤਨ ਇਸ ਤਰੀਕੇ ਨਾਲ ਹੋ ਰਿਹਾ, ਅੱਜ ਜਿਹੜਾ ਹੋ ਰਿਹਾ, ਲਾਲਚ ਦੇ ਸਿਰ ਦੇ ਉੱਤੇ ਹੋ ਰਿਹਾ ਜਾਂ ਡਰਾਵੇ ਦੇ ਸਿਰ ਦੇ ਉੱਤੇ ਹੋ ਰਿਹਾ? ਇਹ ਕੋਈ ਵਿਚਾਰਧਾਰਕ ਤੌਰ ਦੇ ਉੱਤੇ ਕੋਈ ਬੰਦਾ ਆਪਣੇ ਉੱਚੇ ਸੁੱਚੇ ਜੀਵਨ ਜਾਂ ਕਿਰਦਾਰ ਦੀ ਖਾਤਰ ਨਹੀਂ ਧਰਮ ਪਰਿਵਰਤਨ ਕਰ ਰਿਹਾ, ਕਿਉਂਕਿ ਉਹ ਸੋਚ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਉਸ ਤੋਂ ਉੱਤੇ ਤਾਂ ਕੋਈ ਸੋਚ ਹੀ ਨਹੀਂ ਹੈ, ਉਸ ਤੋਂ ਉੱਤੇ ਤਾਂ ਕੋਈ ਵਿਚਾਰਧਾਰਾ ਹੀ ਨਹੀਂ ਹੈ। ਔਰ ਉਸ ਤੋਂ ਵੱਡੀ ਗੱਲ ਹੈ ਵੀਰ ਜੀ, ਦੇਖੋ ਸਾਨੂੰ ਜਿਹੜਾ ਸਿੰਘ ਤੇ ਕੌਰ ਨਾਮ ਹੈ ਗੁਰੂ ਸਾਹਿਬ ਦਾ ਦਿੱਤਾ ਹੋਇਆ, ਇਹ ਸਿੱਖੀ ਦੀ ਪਛਾਣ ਹੈ। ਹੁਣ ਜਿਹੜੇ ਇਹ ਪਾਸਟਰ ਨੇ, ਜਿਹੜੇ ਇਹ ਧਰਮ ਪਰਿਵਰਤਿਤ ਕਰਾ ਰਹੇ ਨੇ, ਜਿਹੜੇ ਧਾਗੇ ਤਵੀਤਾਂ, ਜੰਤਰਾਂ ਮੰਤਰਾਂ, ਇਹ ਡਰਾਮੇਬਾਜ਼ੀਆਂ ਦੇ ਅੰਦਰ ਪੈ ਰਹੇ ਨੇ, ਇਹ ਆਪਣੇ ਨਾਮ ਨਾਲ ਸਿੰਘ ਵੀ ਲਗਵਾ ਰਹੇ ਆ, ਆਪਣੇ ਨਾਮ ਨਾਲ ਕੌਰ ਵੀ ਲਗਵਾ ਰਹੇ। ਤੁਸੀਂ ਹੱਦ ਹੋ ਗਈ। ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਪਛਾਣ ਹੀ ਖਤਮ ਕਰ ਰਹੇ ਹੋ। ਜੇ ਤੁਸੀਂ ਇਹੀਓ ਕੰਮ ਕਰਨਾ ਤੇ ਤੁਸੀਂ ਕਰੀ ਜਾਓ, ਫਿਰ ਆਪਣੇ ਨਾਮ ਨਾਲੋਂ ਸਿੰਘ ਹਟਾਓ ਨਾ। ਸਿੰਘ ਦੀ ਪਛਾਣ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿੱਤਾ ਹੋਇਆ ਸਾਨੂੰ ਅੱਧਾ ਨਾਮ ਹੈ, ਕੌਰ ਨਾਮ ਗੁਰੂ ਸਾਹਿਬ ਦਾ ਦਿੱਤਾ। ਜੇ ਤੁਸੀਂ ਧੱਕੇ ਖਾਣੇ, ਖੇ ਖਾਣੀ, ਸੁਆਹ ਖਾਣੀ, ਰੱਜ ਕੇ ਖਾਓ, ਜੇ ਤੁਸੀਂ ਮਨ ਬਣਾ ਹੀ ਲਿਆ ਤੇ ਘੱਟੋ ਘੱਟ ਆਪਣੇ ਨਾਮ ਨਾਲੋਂ ਇਹ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਤਖੱਲਸ ਹੈ ਉਹ ਸਿੰਘ ਲਾ ਕੇ ਜੋ ਮਰਜ਼ੀ ਲਵਾ ਲਓ। ਹੁਣ ਇੱਥੇ ਤਾਂ ਪਾਦਰੀ ਵੀ ਉਹ ਬਣੇ ਪਏ ਆ ਜਿਹੜੇ ਆਪਣੇ ਨਾਮ ਨਾਲ ਸਿੰਘ ਲਗਾ ਰਹੇ ਆ। ਹੁਣ ਸਿੱਖੀ ਦੀ ਪਛਾਣ ਕਿੱਥੇ ਰਹੇਗੀ? ਜਿਹੜਾ ਬੰਦਾ ਥਰਡ ਪਰਸਨ ਹੈ, ਜਿਹਨੂੰ ਸਿੱਖੀਜ਼ਮ ਬਾਰੇ ਨਹੀਂ ਪਤਾ, ਉਹਨੂੰ ਇੰਨਾ ਪਤਾ ਹੈ ਕਿ ਸਿੰਘ ਜਿਹਦੇ ਨਾਮ ਨਾਲ ਲੱਗਿਆ ਉਹ ਸਿੱਖ ਹੈ, ਤੇ ਜੇ ਸਿੱਖ ਹੀ ਆ ਕੰਮ ਕਰ ਰਿਹਾ ਤੇ ਗੁਰੂ ਸਾਹਿਬ ਦੀ ਸੋਚ ਦੇ ਬਿਲਕੁਲ ਉਲਟਾ। ਇਹ ਤਾਂ ਪਾਪ ਹੈ ਇੱਕ ਤਰੀਕੇ ਦੇ ਨਾਲ। ਇਹ ਸਾਡੇ ਨਾਲ ਧਰੋ ਕਮਾਇਆ ਜਾ ਰਿਹਾ। ਜਿੰਨੀ ਬਾਹਰੋਂ ਦੇਖਣ ਨੂੰ ਛੋਟੀ ਸਮੱਸਿਆ ਨਜ਼ਰ ਆ ਰਹੀ ਹੈ, ਇਹ ਬਹੁਤ ਅੰਦਰੋਂ ਇਹਦਾ ਇੰਪੈਕਟ ਜਿਹੜਾ ਪ੍ਰਭਾਵ ਹੈ, ਇਹ ਬੜੇ ਲੰਮੇ ਸਮੇਂ ਉੱਤੇ ਸਾਡੇ ਪਰਿਵਾਰਾਂ ਦੇ ਅੰਦਰ, ਪੰਜਾਬ ਦੀ ਇਸ ਧਰਤੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਉੱਤੇ ਪੈਣ ਵਾਲਾ ਹੈ। ਇਸ ਗੱਲ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ। ਡਾਕਟਰ ਸਾਹਿਬ, ਇਹਦਾ ਦੂਜਾ ਪੱਖ ਵੀ ਇਹ ਵੀ ਹੈਗਾ, ਕਿਉਂਕਿ ਜੇਕਰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ, ਤਾਂ ਇਹਦੇ ਪਿੱਛੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਆਪਣੀਆਂ ਸਿੱਖ ਧਾਰਮਿਕ ਪ੍ਰਚਾਰ ਕਮੇਟੀਆਂ ਹੈਗੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ, ਇਹਨਾਂ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਹੈਗੀ ਆ? ਕਿਉਂਕਿ ਜੇਕਰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ ਤਾਂ ਉਹ ਗੁਰੂ ਘਰ ਦੇ ਵਿੱਚ ਜ਼ਰੂਰ ਜਾਂਦਾ ਇੱਕ ਵਾਰ, ਕਿ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਫਿਰ ਪ੍ਰਚਾਰ ਨਹੀਂ ਕੀਤਾ ਜਾ ਰਿਹਾ? ਇਹ ਬਿਲਕੁਲ ਤੁਹਾਡੀ ਗੱਲ ਇਹਦੇ ਵਿੱਚ ਕਿਸੇ ਹੱਦ ਤੱਕ ਤੁਹਾਡੇ ਠੀਕ ਹੈ, ਵਜਨ ਹੈ ਇਸ ਗੱਲ ਦੇ ਅੰਦਰ ਕਿ ਜੇ ਅਸੀਂ ਆਪਣੀ ਕੌਮ ਨੂੰ, ਪੰਜਾਬੀਆਂ ਨੂੰ ਸਹੀ ਤਰੀਕੇ ਦੇ ਨਾਲ ਧਰਮ ਪ੍ਰਚਾਰ ਕਰਕੇ ਉਹਨਾਂ ਦੇ ਅੰਦਰ ਇੱਕ ਐਸਾ ਬਲ ਭਰਿਆ ਹੋਵੇ ਜਿਹਦੇ ਨਾਲ ਉਹਨਾਂ ਨੂੰ ਇਹਨਾਂ ਪਰੇਸ਼ਾਨੀਆਂ ਤੇ ਇਸ ਤਰ੍ਹਾਂ ਦੇ ਜਿਹੜੇ ਮੁਸ਼ਕਲਾਂ ਨੇ ਉਹਨਾਂ ਵਿੱਚੋਂ ਨਿਕਲਣ ਵਾਸਤੇ ਅਸੀਂ ਇੱਕ ਸੇਧ ਦੇ ਸਕੀਏ, ਪੋਜ਼ਿਟਿਵ ਸੇਧ ਦੇ ਸਕੀਏ, ਉਹਨਾਂ ਦੀਆਂ ਪਰਿਵਾਰਕ, ਸਮਾਜਿਕ, ਆਰਥਿਕ ਸਮੱਸਿਆਵਾਂ ਦਾ ਕਿਸੇ ਨਾ ਕਿਸੇ ਤਰੀਕੇ ਵੱਡੇ ਪੱਧਰ ਦੇ ਉੱਤੇ ਹੱਲ ਕਰ ਸਕੀਏ। ਕਿਉਂਕਿ ਸਾਡੀਆਂ ਸੰਸਥਾਵਾਂ ਕੋਲ ਕਰੋੜਾਂ ਅਰਬਾਂ ਰੁਪਈਆਂ ਦੇ ਬਜਟ ਨੇ। ਲੋਕਲ ਲੈਵਲ ਦੀਆਂ ਗੁਰਦੁਆਰਾ ਕਮੇਟੀਆਂ ਦੇ ਕੋਲ ਇੰਨਾ ਹੈ, ਪਿੰਡਾਂ ਦੇ ਵਿੱਚ 4-4 ਗੁਰਦੁਆਰੇ ਨੇ, ਪਰ ਉਹਨਾਂ ਗੁਰਦੁਆਰਿਆਂ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਾਧਨਾਂ ਦੀ ਵਰਤੋਂ ਇਸ ਤਰੀਕੇ ਨਹੀਂ ਕੀਤੀ ਜਾਂਦੀ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਸੰਭਾਲੀਏ, ਆਪਣੇ ਆਲੇ ਦੁਆਲੇ ਨੂੰ ਸੰਭਾਲੀਏ। ਉਹਨਾਂ ਦੇ ਅੰਦਰ ਜਿਹੜੀਆਂ ਕਮਜ਼ੋਰੀਆਂ ਜਾਂ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜੇ, ਤੇ ਗੁਰੂ ਸਾਹਿਬ ਨੇ ਤਾਂ ਕਿਹਾ ਹੀ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਵੀ ਗਰੀਬ ਦੇ ਮੂੰਹ ਵਿੱਚ ਲੋੜਵੰਦ ਨੂੰ ਦਿੱਤਾ ਹੋਇਆ ਪੈਸਾ ਸਿੱਧਾ ਗੁਰੂ ਘਰ ਪਹੁੰਚਦਾ। ਤੇ ਜੇ ਆਪਾਂ ਉਸ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਅੰਦਰ ਲਾਗੂ ਕਰਦੇ ਹੋਈਏ
ਤੇ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਜਿਹੜਾ ਜਾਂ ਕੋਈ ਪੰਜਾਬੀ ਜਿਹੜਾ ਇਸ ਤਰੀਕੇ ਦੇ ਨਾਲ ਥੋੜ੍ਹੇ ਜਿਹੇ ਪੈਸੇ ਦੇ ਲਾਲਚ ਪਿੱਛੇ ਆ ਕੇ ਆਪਣਾ ਐਡਾ ਮਹਾਨ ਵਿਰਸਾ ਛੱਡ ਦੇਵੇ। ਉਹਨਾਂ ਨੂੰ ਅੱਜ ਤੱਕ ਅਸੀਂ ਇਸ ਤਰੀਕੇ ਦੇ ਨਾਲ ਘੜਿਆ ਹੀ ਨਹੀਂ, ਬਣਾਇਆ ਹੀ ਨਹੀਂ ਉਹਨਾਂ ਦੀ ਸੋਚ ਨੂੰ। ਉਹ ਜਿਹੜਾ ਬੰਦਾ ਕਮਜ਼ੋਰ ਆ, ਦੇਖੋ ਮਾਨਸਿਕ ਤੌਰ ਦੇ ਉੱਤੇ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ। ਬਹੁਤੇ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਆਪਣੇ ਵਿਰਸੇ ਦਾ ਪਤਾ ਹੀ ਨਹੀਂ ਹੈ, ਆਪਣੀ ਵਿਚਾਰਧਾਰਾ ਦਾ ਪਤਾ ਨਹੀਂ, ਆਪਣੇ ਇਤਿਹਾਸ ਦਾ ਪਤਾ ਨਹੀਂ ਹੈ। ਉਹ ਬੜੀ ਜਲਦੀ ਜਿਹੜਾ ਉਹ ਗੁੰਮਰਾਹ ਹੋ ਜਾਂਦੇ, ਜਿਵੇਂ ਨਾ ਸਮਝ ਬੰਦਾ ਵਿਚਾਰਾ, ਉਹਨੂੰ ਕੋਈ ਵੀ ਬੰਦਾ ਜਿਸ ਲਾਇਆ ਗੱਲੀ ਉਸੇ ਨਾਲ ਉੱਠ ਚੱਲਣੀ। ਉਹ ਸਾਡੀ ਹਾਲਤ ਹੋਈ ਪਈ ਹੈ। ਇਸ ਕਰਕੇ ਅਕਾਊਂਟੇਬਿਲਟੀ ਸਾਡੀਆਂ ਸੰਸਥਾਵਾਂ ਦੀ ਵੀ ਹੈ, ਔਰ ਸਾਨੂੰ ਆਪਣੇ ਜਿਹੜੇ ਰਿਸੋਰਸਿਸ ਨੇ, ਆਪਣੇ ਜਿਹੜੇ ਸਾਡੇ ਕੋਲ ਬਹੁਤ ਵਧੀਆ ਸਾਧਨ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਮੈਨੇਜ ਕਰਨਾ ਪਏਗਾ। ਸਾਨੂੰ ਆਪਣੀਆਂ ਸਮੇਂ ਦੀਆਂ ਜਿਹੜੀਆਂ ਚੁਣੌਤੀਆਂ ਹੈ ਉਹਨਾਂ ਨੂੰ ਸਾਹਮਣੇ ਰੱਖ ਕੇ ਨਵੇਂ ਸਿਰੇ ਤੋਂ ਸੋਚ ਕੇ ਇੱਕ ਵਿਉਂਤਬੰਦੀ ਕਰਨੀ ਪਏਗੀ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ। ਸਿਰਫ ਆਪਾਂ ਨੂੰ ਸਿਰਫ ਸਿਆਸਤੀ ਤੌਰ ਦੇ ਉੱਤੇ ਨਹੀਂ ਸੋਚਣਾ ਪਏਗਾ। ਸਿਆਸੀ ਤੌਰ ਦੇ ਉੱਤੇ ਇੱਕ ਵੱਖਰੀ ਚੀਜ਼ ਹੈ, ਪਰ ਸਿਆਸਤ ਨੂੰ ਪਾਸੇ ਰੱਖ ਕੇ ਜਿਹੜੀਆਂ ਸਾਡੀਆਂ ਸਮਾਜਿਕ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਇਹ ਜਿਹੜੀਆਂ ਸਾਡੇ ਸਾਹਮਣੇ ਚੁਣੌਤੀਆਂ ਨੇ, ਇਹ ਅੱਜ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੂੰ ਇਸ ਪੱਖ ਤੋਂ ਆਪਣੀ ਸਾਰੀ ਜਿਹੜੀ ਆ ਉਹ ਤਾਕਤ ਲਾਣੀ ਪਏਗੀ। ਗੁਰੂ ਘਰਾਂ ਦੇ ਅੰਦਰ ਆਂਦੀ ਹੋਈ ਮਾਇਆ ਨੂੰ ਇਸ ਢੰਗ ਨਾਲ ਵਰਤਣਾ ਪਏਗਾ ਕਿ ਇੱਦਾਂ ਜਿਹੜੇ ਲੋਕ ਸਾਨੂੰ ਗੁੰਮਰਾਹ ਕਰ ਰਹੇ ਨੇ, ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇੱਕ ਐਸਾ ਪ੍ਰਪੰਚ ਫੈਲਾ ਰਹੇ ਨੇ। ਤੇ ਗੁਰੂ ਸਾਹਿਬ ਤਾਂ ਆਪ ਸਾਰੀ ਜ਼ਿੰਦਗੀ ਲੋਕਾਂ ਨੂੰ ਸਮਝਾਉਣ ਵਾਸਤੇ ਆਪ ਇੰਨੇ ਯਤਨ ਕੀਤੇ, ਸ਼ਹਾਦਤਾਂ ਦਿੱਤੀਆਂ, ਇਸ ਕਰਕੇ ਕਿ ਲੋਕਾਂ ਦੇ ਅੰਦਰੋਂ ਅੰਧ ਵਿਸ਼ਵਾਸ ਖਤਮ ਕੀਤਾ ਜਾਏ, ਲੋਕਾਂ ਨੂੰ ਭਰਮਾਇਆ ਨਾ ਜਾ ਸਕੇ। ਇਸ ਕਰਕੇ ਇਹ ਸਾਡਾ ਅੱਜ ਬਹੁਤ ਵੱਡਾ ਫਰਜ਼ ਹੈ ਔਰ ਜ਼ਿੰਮੇਵਾਰੀ ਹੈ ਕਿ ਇਹ ਜਿਹੜੀ ਚੁਣੌਤੀ ਹੈ ਸਾਡੇ ਸਾਹਮਣੇ, ਇਸ ਦਾ ਅਸੀਂ ਡਟ ਕੇ ਮੁਕਾਬਲਾ ਕਰੀਏ। ਔਰ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਤੋਂ ਕੰਨ ਕਰ ਦੇਣੇ ਚਾਹੀਦੇ ਆ, ਖਬਰਦਾਰ ਕਰ ਦੇਣਾ ਚਾਹੀਦਾ ਵੀ ਤੁਸੀਂ ਸਿੱਖੀ ਨਾਮ ਦੇ ਹੇਠਾਂ, ਸਿੱਖੀ ਬੈਨਰ ਦੇ ਹੇਠਾਂ, ਸਿੱਖੀ ਸਰੂਪ ਦੇ ਹੇਠਾਂ ਜਿਹੜੇ ਕੰਮ ਬਿਲਕੁਲ ਸਿੱਖ ਵਿਰੋਧੀ ਨੇ, ਗੁਰਮਤ ਵਿਚਾਰਧਾਰਾ ਦੇ ਬਿਲਕੁਲ ਵਿਰੋਧੀ ਨੇ, ਤੁਸੀਂ ਉਹ ਕਰਕੇ ਜਿਹੜੇ ਇਹਨਾਂ ਪਰਿਵਾਰਾਂ ਨੂੰ ਲਾਲਚ ਤੇ ਡਰ, ਭਰਮ, ਪਖੰਡ ਦਿਖਾ ਕੇ ਇਹਨਾਂ ਨੂੰ ਧਰਮ, ਜਦੋਂ ਇਹ ਕਹਿੰਦੇ ਨਾ ਵੀ ਜਬਰੀ ਨਹੀਂ ਕਰ ਰਹੇ, ਤੁਸੀਂ ਜਬਰੀ ਦਾ ਮਤਲਬ ਕੀ ਹੁੰਦਾ? ਤੁਸੀਂ ਗੁੰਮਰਾਹ ਕਰ ਰਹੇ ਹੋ, ਤੁਸੀਂ ਪਖੰਡ ਕਰ ਰਹੇ ਹੋ, ਤੁਸੀਂ ਵਿਖਾਵਾ ਕਰ ਰਹੇ ਹੋ, ਤੁਸੀਂ ਕਿਸੇ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਰਹੇ ਹੋ। ਇਸ ਕਰਕੇ ਉਹ ਲੋਕ ਜਿਹੜੇ ਕਹਿੰਦੇ ਨਾ ਜਬਰੀ ਨਹੀਂ ਹੋ ਰਹੇ, ਇਹ ਜਬਰੀ ਦੀ ਇੱਕ ਪਰਿਭਾਸ਼ਾ ਹੈ। ਕੰਨ ਇੱਧਰੋਂ ਨਹੀਂ ਫੜਿਆ ਤੇ ਦੂਜੇ ਪਾਸੇ ਤੋਂ ਫੜ ਲਿਆ। ਤੁਸੀਂ ਕਿਸੇ ਨੂੰ ਲਾਲਚ ਦੇ ਰਹੇ ਹੋ, ਕਿਸੇ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਰਹੇ ਹੋ, ਪਖੰਡ ਕਰਕੇ ਉਹਨੂੰ ਦਿਖਾ ਰਹੇ ਹੋ, ਤੇ ਉਹ ਵੀ ਤਾਂ ਜਬਰੀ ਹੈ। ਇਸ ਕਰਕੇ ਇਹ ਜਿਹੜੇ ਉਹਨਾਂ ਲੋਕਾਂ ਨੂੰ ਵੀ ਚੰਗੇ ਤਰੀਕੇ ਨਾਲ ਕੰਨ ਕਰ ਦਿੱਤੇ ਜਾਣੇ ਚਾਹੀਦੇ ਆ ਵੀ ਭਾਈ ਤੁਸੀਂ ਆਹ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਨਾਮ ਹੈ, ਸਿੰਘ ਆਪਣੇ ਨਾਮ ਨਾਲੋਂ ਲਾ ਦਿਓ ਤੇ ਜੋ ਮਰਜ਼ੀ ਫਿਰ ਕਰੀ ਜਾਓ। ਤੇ ਆਪਣੀ ਕੌਮ ਦੇ ਅੰਦਰ ਸਾਨੂੰ ਇਸ ਪੱਖ ਤੋਂ ਪੂਰਨ ਤੌਰ ਦੇ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਔਰ ਇਹ ਕਰਨਾ ਚਾਹੀਦਾ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਕਿ ਆਪਣੇ ਜਿਹੜੀ ਕੌਮ ਹੈ, ਆਪਣੇ ਜਿਹੜੇ ਪੰਜਾਬੀ ਨੇ, ਗੁਰਸਿੱਖ ਪਰਿਵਾਰ ਨੇ, ਉਹਨਾਂ ਦੀ ਹਰ ਪੱਖ ਤੋਂ ਅਸੀਂ ਮਦਦ ਕਰੀਏ, ਸੰਭਾਲ ਕਰੀਏ, ਉਹਨਾਂ ਨੂੰ ਮੋਰਲੀ ਸਪੋਰਟ ਕਰੀਏ। ਬਿਲਕੁਲ, ਮੈਨੂੰ ਲੱਗਦਾ ਕਿ ਜੇਕਰ ਗੁੰਮਰਾਹ ਹੋ ਰਹੇ ਨੇ ਤਾਂ ਜੇਕਰ ਵਾਕਈ ਧਰਮ ਪ੍ਰਚਾਰ ਕਮੇਟੀਆਂ ਜਾਂ ਸੰਸਥਾਵਾਂ ਦੇ ਵੱਲੋਂ ਕਦਮ ਅੱਗੇ ਪੁੱਟੇ ਜਾਣ, ਉਹਨਾਂ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਗਾਈਡ ਕੀਤਾ ਜਾਵੇ, ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਬਾਰੇ ਜਿਹੜਾ ਉਹ ਜਾਣੂ ਕਰਵਾਇਆ ਜਾਵੇ, ਤਾਂ ਮੈਨੂੰ ਲੱਗਦਾ ਕਿ ਇਸ ਚੀਜ਼ ਦੀ ਨੌਬਤ ਆਵੇ ਹੀ ਨਾ, ਲੋਕੀ ਗੁੰਮਰਾਹ ਹੋਣਗੇ ਹੀ ਨਹੀਂ। ਬਿਲਕੁਲ, ਤੁਹਾਡੀ ਗੱਲ ਬਿਲਕੁਲ 100% ਸਹੀ ਹੈ ਕਿ ਜੇ ਅਸੀਂ ਆਪਣਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਹੁੰਦਾ, ਮੈਂ ਕਹਿੰਦਾ ਆਪਣੀ ਇਹ ਸਮੱਸਿਆ ਆਣੀ ਵੀ ਨਹੀਂ ਸੀ। ਕਿਤੇ ਨਾ ਕਿਤੇ ਜਿਹੜੀ ਹੈ ਉਹ ਸਾਡੀ ਕਮਜ਼ੋਰੀ ਹੈ, ਕਿਤੇ ਨਾ ਕਿਸੇ ਪੱਖ ਤੋਂ ਸਾਡੇ ਅੰਦਰ ਊਣਤਾਈ ਰਹੀ ਹੈ ਔਰ ਉਸ ਊਣਤਾਈ ਨੂੰ, ਉਸ ਕਮੀ ਨੂੰ, ਉਸ ਕਮਜ਼ੋਰੀ ਨੂੰ ਸਾਨੂੰ ਦੂਰ ਕਰਨਾ ਚਾਹੀਦਾ ਔਰ ਆਪਣੇ ਸਾਰੇ ਰਿਸੋਰਸਿਸ ਜਿਹੜੇ ਨੇ ਉਹਨਾਂ ਨੂੰ ਲਾ ਕੇ, ਆਪਣੇ ਪ੍ਰਚਾਰਕਾਂ ਦੀ ਡਿਊਟੀ ਲਗਾ ਕੇ, ਆਪਣੇ ਪਰਿਵਾਰਾਂ ਦੀ ਡਿਊਟੀ ਲਾ ਕੇ, ਪਿੰਡਾਂ ਦੇ ਅੰਦਰ ਜਿੰਨੇ ਗੁਰੂ ਘਰ ਨੇ ਉਹਨਾਂ ਗੁਰੂ ਘਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਸੰਭਾਲ ਕਰਨ। ਉਹਨਾਂ ਨੂੰ ਜੇ ਕੋਈ ਫਿਜ਼ੀਕਲੀ ਜਾਂ ਮੈਂਟਲੀ ਪ੍ਰੋਬਲਮ ਹੈ ਤੇ ਉਹਦਾ ਇਲਾਜ ਕਰਵਾਉਣ, ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਾਉਂਸਲਿੰਗ ਕਰਨ, ਉਹਨਾਂ ਨੂੰ ਦੱਸਣ ਕਿ ਅਸਲ ਦੇ ਅੰਦਰ ਇਹ ਜੋ ਕੀਤਾ ਜਾ ਰਿਹਾ ਇਹ ਸਿਰਫ ਪਖੰਡ ਹੈ ਔਰ ਇਹ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਭਰਮ ਜਾਲ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਉਹਨਾਂ ਦਾ ਹਰ ਪੱਖ ਤੋਂ ਜਿਹੜਾ ਉਹ ਸ਼ੋਸ਼ਣ ਕਰ ਰਹੇ ਨੇ। ਇਸ ਸ਼ੋਸ਼ਣ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈਗਾ, ਤੁਸੀਂ ਵੀ ਲੰਬੇ ਸਮੇਂ ਤੋਂ ਕਥਾ ਕਰਦੇ ਆ ਰਹੇ ਹੋ। ਇੱਕ ਸਵਾਲ ਇਹ ਵੀ ਹੁੰਦਾ, ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਉਹਨਾਂ ਦਾ ਬਣਦਾ ਮਾਣ ਮਤਾ ਜਿਹੜਾ ਹੱਕ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਕਹਿੰਦੇ ਨੇ ਕਿ ਗੋਲਕਾਂ ਦੇ ਵਿੱਚ ਜ਼ਰੂਰ ਲੋਕ ਹਜ਼ਾਰਾਂ ਲੱਖਾਂ ਰੁਪਈਆ ਕਹਿੰਦੇ ਦਾਨ ਕਰ ਦਿੰਦੇ ਨੇ, ਪਰ ਕਹਿੰਦੇ ਗ੍ਰੰਥੀ ਦੀ ਖੁਦ ਦੀ ਹਾਲਤ ਜਿਹੜੀ ਹੈ ਉਸ ਤਰੀਕੇ ਦੇ ਨਾਲ ਕਹਿੰਦੇ ਵਧੀਆ ਨਹੀਂ ਹੈਗੀ। ਕਹਿੰਦੇ ਜਿੰਨਾ ਤੱਕ ਗ੍ਰੰਥੀਆਂ ਸਿੰਘਾਂ ਦੀ ਹਾਲਤ ਵਧੀਆ ਨਹੀਂ ਹੋਊਗੀ ਤਾਂ ਕਿਵੇਂ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਹੋਵੇਗਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਸ ਪੱਖ ਤੋਂ ਸਾਡੇ ਅੰਦਰ ਕਮੀ ਹੈ ਕਿਉਂਕਿ ਜਿਹੜੇ ਗੁਰੂ ਘਰਾਂ ਦੇ ਅੰਦਰ ਜਿਨ੍ਹਾਂ ਨੂੰ ਅਸੀਂ ਗੁਰੂ ਕੇ ਵਜ਼ੀਰ ਕਹਿੰਦੇ ਆ,
ਗ੍ਰੰਥੀ ਸਿੰਘ ਕਹਿੰਦੇ ਆ, ਜਿਹੜੇ ਜੇ ਗੁਰੂ ਘਰ ਦੇ ਅੰਦਰ ਸੇਵਾ ਕਰਦੇ ਨੇ, ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਦਾ ਇੱਕ ਸਮਾਜਿਕ ਤੌਰ ਦੇ ਉੱਤੇ ਰੁਤਬਾ ਹੋਣਾ ਚਾਹੀਦਾ ਹੈ, ਉਹਨਾਂ ਦੀ ਹਰ ਪੱਖ ਤੋਂ ਜਿਹੜੀ ਸੰਭਾਲ ਹੈ ਉਹ ਕਰਨੀ ਸਾਡੀਆਂ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਹੈ। ਔਰ ਵੇਖਣ ਵਿੱਚ ਆ ਰਿਹਾ ਕਿ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਇੱਕ ਤਰੀਕੇ ਦੇ ਨਾਲ ਆਪਣੇ ਧਾਰਮਿਕ ਅਦਾਰਿਆਂ ਦਾ ਵਪਾਰੀਕਰਨ ਕਰ ਰਹੇ ਆ। ਉਹ ਵੀ ਇਹ ਚਾਹੁੰਦੇ ਨੇ ਕਿ ਸਾਡੇ ਕੋਲ ਵੱਧ ਤੋਂ ਵੱਧ ਗੋਲਕ ਹੋਵੇ, ਸਾਡਾ ਬੈਂਕ ਬੈਲੈਂਸ ਜਿਹੜਾ ਉਹ ਵੱਧ ਤੋਂ ਵਧੀ ਜਾਏ। ਇਹ ਗੁਰੂ ਘਰ ਜਿਹੜੇ ਨੇ ਜਾਂ ਧਾਰਮਿਕ ਸਥਾਨ ਨੇ, ਇਹ ਕੋਈ ਕਮਰਸ਼ੀਅਲ ਅਦਾਰੇ ਨਹੀਂ ਨੇ। ਜੋ ਸਿੱਖ ਸੰਗਤਾਂ ਦਿੰਦੀਆਂ ਨੇ, ਸਿੱਖ ਸੰਗਤਾਂ ਦੀ ਦਿੱਤੀ ਹੋਈ ਮਾਇਆ ਦੇ ਨਾਲ ਉਹਨਾਂ ਗੁਰੂ ਕੇ ਵਜ਼ੀਰਾਂ ਦਾ, ਗ੍ਰੰਥੀ ਸਿੰਘਾਂ ਦਾ ਪੂਰਾ ਮਾਣ ਤਾਣ ਕਰਨਾ, ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੇ ਬੱਚਿਆਂ ਦੀ, ਉਹਨਾਂ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਕਰਕੇ ਉਹਨਾਂ ਨੂੰ ਇੱਕ ਸਨਮਾਨਯੋਗ ਜਿਹੜਾ ਸਮਾਜਿਕ ਤੇ ਆਰਥਿਕ ਜੀਵਨ ਦੇਣਾ, ਇਹ ਪ੍ਰਬੰਧਕ ਕਮੇਟੀਆਂ ਦਾ ਮੁੱਢਲਾ ਫਰਜ਼ ਬਣਦਾ। ਅਸੀਂ ਵੇਖਣ ਵਿੱਚ ਆਇਆ ਕਿ ਗੁਰੂ ਘਰਾਂ ਦੇ ਉੱਤੇ ਤਾਂ ਇੰਨਾ ਸੋਨਾ ਚਾਂਦੀ ਲਾ ਰਹੇ ਆ, ਇੰਨੇ ਸੰਗਮਰਮਰ ਲਾ ਰਹੇ ਆ, ਔਰ ਐਡਾ ਮਹਿੰਗਾ ਜਿਹੜਾ ਗਲੀਚੇ ਵਿਛਾ ਰਹੇ ਆ, ਪਰ ਉੱਥੇ ਜਿਹੜਾ ਗੁਰੂ ਕਾ ਗ੍ਰੰਥੀ ਹੈ, ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖੋ ਤੇ ਉਹ ਵਿਚਾਰੇ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹੈ। ਉਹਦੇ ਕੋਲ ਉਹਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਨੇ, ਤੇ ਜੇ ਉਹਦੇ ਬੱਚੇ ਚੰਗੇ ਸਕੂਲ ਵਿੱਚ ਨਹੀਂ ਪੜ੍ਹਨਗੇ, ਉਹਦਾ ਗੁਜ਼ਾਰਾ ਨਹੀਂ ਹੋਏਗਾ, ਤੇ ਉਹ ਕਿਵੇਂ ਇੱਕ ਵਿਸ਼ਵਾਸ ਦੇ ਨਾਲ ਜਿਹੜੀ ਆ ਉਹ ਸਿੱਖ ਸੰਗਤਾਂ ਦੀ ਸੇਵਾ ਕਰ ਸਕਦਾ? ਜੇ ਉਹ ਨਹੀਂ ਸਿੱਖ ਸੰਗਤਾਂ ਦੀ ਇਸ ਤਰੀਕੇ ਦੇ ਨਾਲ ਪ੍ਰਚਾਰ ਕਰ ਸਕੇਗਾ, ਸੇਵਾ ਕਰ ਸਕੇਗਾ, ਤੇ ਫਿਰ ਲੋਕ ਤਾਂ ਫਿਰ ਆਪੇ ਹੀ ਗੁੰਮਰਾਹ ਕਰਨ ਵਾਸਤੇ ਤਾਂ ਇਹਨਾਂ ਨੂੰ ਮੌਕਾ ਮਿਲ ਜਾਏਗਾ। ਇਹ ਹੀ ਤਾਂ ਵੀਕ ਪੁਆਇੰਟ ਭਾਲਦੇ ਨੇ ਨਾ। ਸਾਡੇ ਵੀਕ ਪੁਆਇੰਟ ਇਹ ਹੀ ਨੇ ਕਿ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਕਿ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਣਾ, ਉਹ ਵਿਚਾਰੇ ਆਪਣੀਆਂ ਹੀ ਜਿਹੜੀਆਂ ਸਮੱਸਿਆਵਾਂ ਨਾਲ ਇਸ ਤਰੀਕੇ ਉਲਝੇ ਰਹਿੰਦੇ ਨੇ ਕਿ ਉਹ ਆਪਣੇ ਇਲਾਕੇ ਦੇ ਆਲੇ ਦੁਆਲੇ ਦੀ ਲੋਕਾਂ ਦੀ ਸਾਰ ਹੀ ਨਹੀਂ ਕਰ ਪਾਉਂਦੇ। ਇਸ ਕਰਕੇ ਜੇ ਉਹ ਇਸ ਪੱਖ ਤੋਂ ਬੇਫਿਕਰ ਹੋਣ, ਹਰ ਗੁਰੂ ਘਰ ਦੇ ਗ੍ਰੰਥੀ ਨੂੰ ਪਤਾ ਹੋਵੇ ਕਿ ਇਸ ਗੁਰੂ ਘਰ ਦੇ ਵਿੱਚ ਆਉਣ ਵਾਲੀ ਸਿੱਖ ਸੰਗਤ ਕਿਹੜੀ ਹੈ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਅਕਤੀਗਤ ਤੌਰ ਦੇ ਉੱਤੇ ਰਾਬਤਾ ਬਣਾ ਕੇ ਸਮੇਂ ਦੇ ਉੱਤੇ ਉਹਨਾਂ ਨੂੰ ਅਗਵਾਈ ਦੇਣੀ। ਜਿਵੇਂ ਗੁਰੂ ਸਾਹਿਬ ਦੇ ਵੇਲੇ ਸੀ, ਗੁਰੂ ਸਾਹਿਬ ਨੇ ਚੰਗੇ ਗੁਰੂ ਕੇ ਸਿੱਖਾਂ ਨੂੰ ਮੰਜੀਆਂ ਦਿੱਤੀਆਂ, ਮੰਜੀਆਂ ਤੋਂ ਭਾਵ ਪ੍ਰਚਾਰਕ ਬਣਾਇਆ, ਫਿਰ ਮਸੰਦ ਸਿਸਟਮ ਬਣਾਇਆ, ਫਿਰ ਗੁਰੂ ਸਾਹਿਬ ਨੇ ਹੋਰ ਆਪਣੇ ਜੀਵਨ ਕਾਲ ਦੇ ਦੌਰਾਨ ਪ੍ਰਚਾਰ ਦੇ ਵਧੀਆ ਢੰਗ ਜਿਹੜੇ ਨੇ ਉਹ ਆਪਣੇ ਜੀਵਨ ਦੇ ਅੰਦਰ ਅਪਣਾਏ। ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੂੰ ਵੀ ਇਹ ਚਾਹੀਦਾ ਕਿ ਉਹ ਗੁਰੂ ਘਰ ਦੇ ਅੰਦਰ ਜਿਹੜੇ ਗ੍ਰੰਥੀ ਸਿੰਘ ਸੇਵਾ ਕਰ ਰਹੇ ਨੇ, ਉਹਨਾਂ ਦੀ ਹਰ ਪੱਖ ਤੋਂ ਜਿਹੜੀ ਹੈ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਉਹ ਕਰਨਾ, ਜਿਹੜਾ ਇਹ ਕਮੇਟੀਆਂ ਦਾ ਮੁੱਢਲਾ ਫਰਜ਼ ਹੈ। ਔਰ ਗ੍ਰੰਥੀ ਸਿੰਘਾਂ ਦਾ ਵੀ ਇਹ ਫਰਜ਼ ਹੈ ਕਿ ਉਹ ਆਪਣੇ ਮਨ ਦੇ ਅੰਦਰ ਗੁਰੂ ਦਾ ਭੈ ਭਾਵਨੀ ਰੱਖ ਕੇ, ਸੇਵਾ ਵਾਲੀ ਬਿਰਤੀ ਰੱਖ ਕੇ, ਆਪਣੇ ਫਰਜ਼ ਦੀ ਪਛਾਣ ਕਰਦਿਆਂ ਹੋਇਆਂ, ਤਿਆਗ ਤੇ ਕੁਰਬਾਨੀ ਦਾ ਸਬੂਤ ਦਿੰਦਿਆਂ ਹੋਇਆਂ, ਆਪਣੀ ਜਿਹੜੀ ਸੇਵਾ ਉਹਨਾਂ ਨੂੰ ਗੁਰੂ ਘਰ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਉਹ ਪੂਰੇ ਹੋਣ। ਇਹ ਵੀ ਨਹੀਂ ਵੀ ਆਪਾਂ ਕਿਸੇ ਮਜਬੂਰੀ ਨੂੰ ਜਾਂ ਵੇਖਾ ਵੇਖੀ ਜਾਂ ਕਿਸੇ ਬਾਹਰੋਂ ਦਿਖਾਵੇ ਵਾਸਤੇ ਕੰਮ ਕਰਨਾ। ਉਹ ਜੋ ਵੀ ਕੰਮ ਕਰ ਰਹੇ ਨੇ ਉਸ ਕੰਮ ਦੇ ਵਿੱਚ ਵੀ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਤਨਦੇਹੀ ਦੇ ਨਾਲ ਸਮਰਪਣ ਹੋ ਕਰਕੇ ਜਿਹੜਾ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ। ਪਰ ਪ੍ਰਬੰਧਕ ਕਮੇਟੀਆਂ ਨੂੰ ਹਰ ਪੱਖ ਤੋਂ ਉਹਨਾਂ ਦੀ ਜਿਹੜੀ ਹੈ ਉਹ ਸੰਭਾਲ ਜਿਹੜੀ ਕਰਨੀ, ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦੇਣੀਆਂ ਬਹੁਤ ਜ਼ਰੂਰੀ ਨੇ। ਅੱਛਾ ਡਾਕਟਰ ਸਾਹਿਬ, ਇਸ ਮਸਲੇ ਨੂੰ ਲੈ ਕੇ SGPC ਦੇ ਉੱਪਰ ਵੀ ਬੜੇ ਸਵਾਲ ਖੜੇ ਹੁੰਦੇ ਨੇ। ਕਹਿੰਦੇ ਨੇ ਕਿ ਪਿਛਲੇ ਕੁਝ ਸਾਲਾਂ ਤੋਂ ਧਰਮ ਪਰਿਵਰਤਨ ਦਾ ਮਸਲਾ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ, ਕਹਿੰਦੇ ਕਿਉਂਕਿ SGPC ਨੇ ਕਹਿੰਦੇ ਆਪਣੀ ਵਧੀਆ ਭੂਮਿਕਾ ਨਹੀਂ ਨਿਭਾਈ। ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਹੁਣ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਾਂ ਕਿਉਂਕਿ SGPC ਆਪਣਾ ਕੰਮ ਸਹੀ ਨਹੀਂ ਕਰ ਰਹੀ। ਇੱਕ ਸਵਾਲ ਇਹ ਵੀ ਖੜਾ ਹੁੰਦਾ, ਕਹਿੰਦੇ ਨੇ ਕਿ ਪੰਜਾਬ ਦੀਆਂ ਸਿੱਖ ਧਰਮ ਪ੍ਰਚਾਰਕ ਕਮੇਟੀਆਂ ਜਾਂ ਸੰਸਥਾਵਾਂ ਕਹਿੰਦੇ ਖੁਦ ਹੀ ਇੱਕ ਨਹੀਂ ਹੈਗੀਆਂ, ਇਹੀ ਵੱਡਾ ਕਾਰਨ ਹੈ ਕਿ ਧਰਮ ਪਰਿਵਰਤਨ ਹੋ ਰਿਹਾ। ਉਹ ਵੀ ਤੁਹਾਡੀ ਗੱਲ ਠੀਕ ਹੈ ਕਿ ਸਾਡੀਆਂ ਜਿਹੜੀਆਂ ਮੋਢੀ ਸੰਸਥਾਵਾਂ ਨੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹਦੇ ਨਾਲ ਇਸ ਪੰਜਾਬ ਦੀ ਧਰਤੀ ਦੇ ਉੱਤੇ ਬੇਅੰਤ ਸੰਪਰਦਾਵਾਂ ਦੇ ਡੇਰੇ ਨੇ, ਬੇਅੰਤ ਠਾਠ ਨੇ, ਬੇਅੰਤ ਉਹਨਾਂ ਦੀ ਗਿਣਤੀ ਦੇ ਅੰਦਰ ਸਿੱਖੀ ਸੇਵਕੀ ਹੈ। ਦੇ ਆਰ ਇਕੁਅਲੀ ਅਕਾਊਂਟੇਬਲ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿੰਦੇ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿੰਦੇ ਆ, ਪਰ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਐਡੇ ਵੱਡੇ ਡੇਰੇ ਨੇ ਜਿਨ੍ਹਾਂ ਦੇ ਲੱਖਾਂ ਦੇ ਫਾਲੋਅਰਸ ਨੇ। ਉੱਥੇ ਵੀ ਲੋਕ ਬੜੀ ਵੱਡੀ ਗਿਣਤੀ ਦੇ ਅੰਦਰ ਜਾਂਦੇ ਨੇ, ਬੜੀ ਵੱਡੀ ਗਿਣਤੀ ਦੇ ਅੰਦਰ ਉਹ ਸਮਾਗਮ ਕਰਾਉਂਦੇ ਨੇ। ਉਹ ਗੁਰੂ ਘਰ ਦੀਆਂ ਲੋਕਲ ਕਮੇਟੀਆਂ ਨੇ, ਐਡੇ ਵੱਡੇ ਗੁਰਦੁਆਰੇ ਨੇ, ਉੱਥੇ ਇੰਡੀਆ ਨੇ ਆਲੀਸ਼ਾਨ ਜਿਹੜਾ ਇਨਫਰਾਸਟ੍ਰਕਚਰ ਹੈ ਉਹਨਾਂ ਦਾ, ਉਹਨਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ। ਪਰਿਵਾਰਕ ਤੌਰ ਦੇ ਉੱਤੇ ਵੀ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਆਲੇ ਦੁਆਲੇ ਨੂੰ ਇਸ ਤਰੀਕੇ ਨਾਲ ਸਾਂਭੀਏ। ਜਿੱਦਾਂ ਵੱਡੀ ਕੋਈ ਸੰਸਥਾ ਓਡੀ ਵੱਡੀ ਉਹਦੀ ਜ਼ਿੰਮੇਵਾਰੀ ਹੈ। ਕੁਦਰਤੀ ਗੱਲ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿੰਨੀ ਪਾਰਲੀਮੈਂਟ ਹੈ ਸਿੱਖ ਧਰਮ ਦੀ, ਤੇ ਉਹਦੀ ਵੱਡੀ ਜ਼ਿੰਮੇਵਾਰੀ ਹੈ। ਤੇ ਜੇ ਕਿਸੇ ਇਹੋ ਜਿਹੀ ਸਮੱਸਿਆ ਆਉਂਦੀ ਹੈ ਤੇ ਉਹਦੇ ਵਿੱਚ ਫਿਰ ਉਹਨੂੰ ਬਰਾਬਰ ਸੋਚਣਾ ਚਾਹੀਦਾ ਵੀ ਕਿੱਥੇ ਕਮੀ ਹੈ। ਅਕਾਊਂਟੇਬਲ ਤਾਂ ਹੋਣਾ ਚਾਹੀਦਾ ਨਾ, ਹਰ ਬੰਦੇ ਨੂੰ ਅਕਾਊਂਟੇਬਲ ਹੋਣਾ ਪਏਗਾ, ਹਰ ਸੰਸਥਾ ਨੂੰ ਅਕਾਊਂਟੇਬਲ ਹੋਣਾ ਪਏਗਾ, ਹਰ ਗੁਰੂ ਘਰ ਦੀ ਕਮੇਟੀ ਨੂੰ ਅਕਾਊਂਟੇਬਲ ਹੋਣਾ ਪਏਗਾ।
ਜਿਹੜੇ ਨੁਮਾਇੰਦਗੀ ਕਰਦੇ ਨੇ ਸਿੱਖ ਧਰਮ ਦੀ ਵੱਖ-ਵੱਖ ਪੱਧਰ ਦੇ ਉੱਤੇ, ਚਾਹੇ ਉਹ ਕੋਈ ਵੀ ਸੰਸਥਾ ਹੈ, ਕੋਈ ਵੀ ਸੰਪਰਦਾ ਹੈ, ਕੋਈ ਵੀ ਗੁਰਦੁਆਰਾ ਕਮੇਟੀ ਹੈ, ਦੇ ਸ਼ੁੱਡ ਬੀ ਹੈਲਡ ਅਕਾਊਂਟੇਬਲ। ਵੀ ਇੰਨੀ ਦੇਰ ਹੋ ਗਈ, ਇੰਨਾ ਪੈਸਾ ਗੁਰਦੁਆਰਿਆਂ ਦੇ ਅੰਦਰ ਸਿੱਖ ਸੰਗਤਾਂ ਦੇ ਰਹੀਆਂ ਨੇ, ਤੇ ਫਿਰ ਆਖਰ ਜੇ ਅਸੀਂ ਆਪਣੇ ਸਿੱਖਾਂ ਨੂੰ ਹੀ ਨਹੀਂ ਸੰਭਾਲ ਸਕੇ ਤੇ ਫਿਰ ਜਾ ਕਿੱਥੇ ਰਿਹਾ? ਸਾਡੀ એનર્ਜੀ ਜਾ ਕਿੱਥੇ ਰਹੀ ਹੈ? ਅਸੀਂ ਕਰ ਕੀ ਰਹੇ ਹਾਂ? ਆਪਾਂ ਬਾਹਰੋਂ ਇੰਨਾ ਕੁਝ ਕਰ ਰਹੇ ਹਾਂ ਦਿਖਾਵੇ ਵਾਸਤੇ, ਪਰ ਜਦੋਂ ਗਰਾਊਂਡ ਲੈਵਲ ਦੇ ਉੱਤੇ ਦੇਖਿਆ ਜਾਏ, ਜ਼ਮੀਨੀ ਪੱਧਰ ਦੇ ਉੱਤੇ ਆਪਣੇ ਪਿੰਡਾਂ ਦੇ ਅੰਦਰ ਜਾ ਕੇ ਦੇਖੀਏ ਤੇ ਲੋਕਾਂ ਨੂੰ ਮੁੱਢਲੀ ਜਾਣਕਾਰੀ ਨਹੀਂ ਹੈ ਸਿੱਖ ਧਰਮ ਦੀ। ਗੁਰਪੁਰਬ ਮਨਾਉਣ ਆਉਂਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਗੁਰਪੁਰਬ ਕਿਸ ਦਾ ਮਨਾਇਆ ਜਾ ਰਿਹਾ, ਇਹਦਾ ਇਤਿਹਾਸ ਕੀ ਹੈ, ਸਾਡੇ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਕੀ ਨੇ। ਜੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਕੁਛ ਨਹੀਂ ਤੇ ਫਿਰ ਤਾਂ ਉਹਨੂੰ ਜਿਹੜਾ ਮਰਜ਼ੀ ਗੱਲਾਂ ਨਾਲ ਲਾ ਕੇ ਚਲੇ ਜਾਏਗਾ। ਇਸ ਕਰਕੇ ਸਾਡੀਆਂ ਸੰਸਥਾਵਾਂ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਔਰ ਸਿੱਖ ਕੌਮ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਸੰਸਥਾਵਾਂ ਨੂੰ ਅਕਾਊਂਟੇਬਲ ਬਣਾਵੇ। ਆਪਣੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੂੰ, ਧਾਰਮਿਕ ਆਗੂਆਂ ਨੂੰ ਇਸ ਪੱਖ ਤੋਂ ਉਹਨਾਂ ਨੂੰ ਸੁਚੇਤ ਕਰੇ, ਭਾਈ ਸਾਡੀ ਇਹ ਜ਼ਿੰਮੇਵਾਰੀ ਹੈ ਔਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਓ। ਬਿਲਕੁਲ। ਆਖਰੀ ਸਵਾਲ ਹੈ ਮੇਰਾ, ਜਥੇਦਾਰ ਹੋਣਾ ਦਾ ਪਿਛਲੇ ਦਿਨੀ ਬਿਆਨ ਆਇਆ ਸੀਗਾ, ਕਹਿੰਦੇ ਨੇ ਕਿ ਜਿਹੜੀ ਧਰਮ ਪਰਿਵਰਤਨ ਦੇ ਯਤਨ ਹੋ ਰਹੇ ਨੇ ਸਰਕਾਰ ਦੇ ਨੱਕ ਦੇ ਹੇਠਾਂ ਹੋ ਰਹੇ ਨੇ। ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸਰਕਾਰ ਵੀ ਜ਼ਿੰਮੇਵਾਰ ਹੈ? ਨਹੀਂ, ਸਰਕਾਰਾਂ ਦੀ ਜ਼ਿੰਮੇਵਾਰੀ ਨੀਅਤ ਕੀਤੀ ਜਾ ਸਕਦੀ ਹੈ ਕਿਸੇ ਢੰਗ ਤਰੀਕੇ ਦੇ ਨਾਲ, ਵੀ ਇਹ ਵੀ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਕਿ ਲੋਕਾਂ ਦੇ ਅੰਦਰ ਜੇ ਕੋਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ, ਜਿਵੇਂ ਕਿਸੇ ਨੂੰ ਗੁੰਮਰਾਹ ਕਰਕੇ ਉਸ ਦੇ ਜਿਹੜੇ ਬੁਨਿਆਦੀ ਹੱਕ ਨੇ ਉਹਨਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ, ਜਾਂ ਕਿਸੇ ਤਰੀਕੇ ਸਮਾਜ ਦੇ ਅੰਦਰ ਇੱਕ ਇਨਟੋਲਰੈਂਸ ਹੋ ਰਹੀ ਹੈ, ਸਮਾਜ ਦੇ ਅੰਦਰ ਫਿਰਕਿਆਂ ਦੇ ਵਿੱਚ ਇਹਨਾਂ ਗੱਲਾਂ ਕਰਕੇ ਤਣਾਅ ਪੈਦਾ ਹੋ ਰਿਹਾ। ਯਾਦ ਰੱਖਣਾ ਚਾਹੀਦਾ ਸਾਨੂੰ 78 ਦਾ ਵਿਸਾਖਾ ਜਦੋਂ ਬੜਾ ਵੱਡਾ ਇੱਕ ਇਹੋ ਜਿਹਾ ਕਾਂਡ ਹੋਇਆ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੀ ਧਰਤੀ ਦੇ ਉੱਤੇ ਖੂਨ ਵਗਿਆ ਔਰ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਹੋਈਆਂ, ਉਹ ਜਿਹੜਾ ਸਿਆਸੀ ਜਿਹੜੀ ਹੈ ਨਾ, ਇਹਦੇ ਪਿੱਛੇ ਕੁਝ ਸਿਆਸਤ ਦੀ ਬੂ ਵੀ ਆ ਰਹੀ ਹੈ। ਕੁਝ ਲੋਕ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਿਆਸਤ ਵੀ ਆਪਣੀ ਆਪਣੀ ਕਰ ਰਹੇ ਨੇ। ਇਸ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਹੋਇਆ ਸੀ, ਕਿਸੇ ਉਸ ਢੰਗ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਨੂੰ ਅੱਗ ਤਾਂ ਨਹੀਂ ਲਾਈ ਜਾ ਰਹੀ, ਵੱਖ-ਵੱਖ ਫਿਰਕਿਆਂ ਦੇ ਅੰਦਰ ਨਫ਼ਰਤ ਤਾਂ ਨਹੀਂ ਪੈਦਾ ਕੀਤੀ ਜਾ ਰਹੀ, ਕਿਉਂਕਿ ਸਿੱਖ ਧਰਮ ਪ੍ਰੇਮ ਦਾ ਧਰਮ ਹੈ, ਮਾਨਵਤਾ ਦਾ ਧਰਮ ਹੈ। ਸਿੱਖ ਕਦੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਸਿੱਖ ਕਦੀ ਕਿਸੇ ਮਜ਼ਹਬ ਦੇ ਪ੍ਰਤੀ ਮਨ ਦੇ ਅੰਦਰ ਕਿਸੇ ਵੀ ਤਰੀਕੇ ਦਾ ਵੈਰ ਭਾਵ ਨਹੀਂ ਰੱਖਦਾ, ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਸਿਖਾਇਆ, ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨਿਆਈ। ਗੁਰੂ ਸਾਹਿਬ ਤਾਂ ਮਾਨਸ ਕੀ ਜਗਤ ਸਭ ਹੈ ਇੱਕ ਹੈ ਪਹਿਚਾਨ ਵੋ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਕਿਸੇ ਨੂੰ ਮਜ਼ਹਬੀ ਤੌਰ ਦੇ ਉੱਤੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸਾਡੇ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਪਰ ਜੇ ਉਹ ਲੋਕ ਜਿਹੜੇ ਧਰਮ ਦੇ ਨਾਮ ਉੱਤੇ ਸਮਾਜ ਦੇ ਅੰਦਰ ਇਹੋ ਜਿਹੇ ਕੰਮ ਕਰਕੇ ਇੱਕ ਸੁਰਤਾਂ ਨੂੰ, ਹਾਰਮਨੀ ਨੂੰ ਭੰਗ ਕਰ ਰਹੇ ਆ, ਸਰਕਾਰ ਨੂੰ ਚਾਹੀਦਾ ਕਿ ਉਹਨਾਂ ਲੋਕਾਂ ਨੂੰ ਨੱਥ ਪਾਈ ਜਾਏ ਔਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾਏ, ਨਹੀਂ ਤਾਂ ਇਹ ਕਿਸੇ ਨਾ ਕਿਸੇ ਦਿਨ ਇਹ ਭਾਂਬੜ ਜਿਹੜਾ ਉਹ ਬਲੇਗਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਹੀ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤੇ ਫਿਰ ਜਿਹੜੀ ਹੈ ਉਹ ਬਾਅਦ ਵਿੱਚ ਸਾਡੇ ਕਾਬੂ ਵਿੱਚ ਨਹੀਂ ਆਉਂਦੀ। ਇਸ ਕਰਕੇ ਸਰਕਾਰਾਂ ਦੀ ਵੀ ਇਹ ਬਰਾਬਰ ਦੀ ਜ਼ਿੰਮੇਵਾਰੀ ਹੈ ਕਿ ਸਮਾਜ ਦੇ ਅੰਦਰ ਇੱਕ ਹਾਰਮਨੀ ਪੈਦਾ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਏ ਔਰ ਇਹੋ ਜਿਹੀਆਂ ਜਿਹੜੀ ਗਤੀਵਿਧੀਆਂ ਬਾਹਰ ਖੁੱਲ੍ਹੇ ਪੰਡਾਲ ਲਾ ਕੇ ਇਹੋ ਜਿਹੇ ਪ੍ਰਪੰਚ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ, ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ। ਆਪਣੇ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ ਵਿਚਾਰਧਾਰਕ ਤੌਰ ਦੇ ਉੱਤੇ ਪ੍ਰਚਾਰ ਕਰੋ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ। ਆਪਣੇ ਇਤਿਹਾਸ ਨੂੰ ਦੱਸੋ, ਆਪਣੀ ਸੋਚ ਨੂੰ ਦੱਸੋ, ਇਹਦੇ ਸਿਰ ਦੇ ਉੱਤੇ ਜੇ ਕੋਈ ਗੱਲ ਕਰਦੇ ਹੋ ਤਾਂ ਕੋਈ ਗੱਲ ਨਹੀਂ, ਪਰ ਪਖੰਡ ਕਰਕੇ ਤੁਸੀਂ ਲੋਕਾਂ ਨੂੰ ਧਰਮ ਤੋਂ ਤੋੜ ਕੇ ਇਹ ਜਿਹੜਾ ਇਹ ਪਾਪ ਤੇ ਧਰੋਹ ਕਮਾਇਆ ਜਾ ਰਿਹਾ, ਇਹਨੂੰ ਰੋਕਣਾ ਚਾਹੀਦਾ। ਬਿਲਕੁਲ, ਧੰਨਵਾਦ ਜਸਪਾਲ ਵੀਰ ਜੀ ਗੱਲਬਾਤ ਕਰਨ ਦੇ ਲਈ। ਸੋ ਇਹ ਕਥਾਵਾਚਕ ਹੈਗੇ ਨੇ ਜਸਪਾਲ ਵੀਰ ਸਿੰਘ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਆ ਰਹੇ ਨੇ, ਤੇ ਜਿਹੜੇ ਪਰਿਵਰਤਨ ਦੀ ਗੱਲ ਹੋ ਰਹੀ ਹੈ, ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਆ ਰਹੀ ਹੈ ਕਿ ਸਿੱਖ ਧਰਮ ਦਾ ਜਿਹੜਾ ਉਹ ਪਰਿਵਰਤਨ ਕੀਤਾ ਜਾ ਰਿਹਾ, ਉਹਨਾਂ ਨੂੰ ਈਸਾਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ, ਤਾਂ ਉਹਨਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਸੀਗੀ ਗੱਲ ਹੋ ਰਹੀ ਸੀਗੀ। ਪਰ ਸਭ ਤੋਂ ਵੱਡੇ ਕਾਰਨ ਜਿਹੜੇ ਨੇ ਉਹ ਸਿੱਖ ਧਾਰਮਿਕ ਸੰਸਥਾਵਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਨਾਕਾਮੀ ਸਾਹਮਣੇ ਆਉਂਦੀ ਹੈ, ਕਿਉਂਕਿ ਜੇਕਰ ਸਹੀ ਤਰੀਕੇ ਦੇ ਨਾਲ ਸਿੱਖ ਧਰਮ ਦਾ ਪ੍ਰਚਾਰ ਨਹੀਂ ਕੀਤਾ ਜਾਏਗਾ ਤਾਂ ਲੋਕ ਜਿਹੜੇ ਨੇ ਉਹ ਖੁਦ ਬ ਖੁਦ ਗੁੰਮਰਾਹ ਹੋਣਗੇ। ਇਸ ਕਰਕੇ ਸਿੱਖ ਧਾਰਮਿਕ ਸੰਸਥਾਵਾਂ ਦੀ ਵੀ ਜਿਹੜੀ ਹੈ ਸਭ ਤੋਂ ਪਹਿਲੀ ਮੁੱਢਲੀ ਜ਼ਿੰਮੇਵਾਰੀ ਸਿੱਖ ਧਾਰਮਿਕ ਸੰਸਥਾਵਾਂ ਦੀ ਬਣਦੀ ਹੈ ਕਿ ਉਹ ਲੋਕਾਂ ਦੇ ਵਿੱਚ ਜਿਹੜਾ ਸਹੀ ਤਰੀਕੇ ਦੇ ਨਾਲ ਪ੍ਰਚਾਰ ਕਰਨ, ਗੁਰੂਆਂ ਦੇ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਦੱਸਿਆ ਜਾਵੇ, ਤਾਂ ਹੀ ਜਿਹੜਾ ਉਹ ਧਰਮ ਪਰਿਵਰਤਨ ਦੇ ਮਾਮਲੇ ਰੋਕੇ ਜਾ ਸਕਦੇ ਨੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ।